हेलो ਤੇ ਉਹ ਖੁਸ਼ਬੂ ਕਿੰਨਾ ਵੱਡੇ ਨੂੰ वो मैम और आएगा मैं उनका सामने प्लीज ठीक ये वाले मैम को स्माइल कर दो थोड़ी सी स्माइल की तरफ जाते हैं ठीक है ना ठीक है ਤੁਸੀਂ ਦੇਖ ਰਹੇ ਹੋ ਆਜ਼ਾਦ ਟੀਵੀ ਨਿਊਜ਼ ਚੈਨਲ ਅਤੇ ਮੈਂ ਹਾਂ ਬਿਨੂ ਸ਼ਰਮਾ। ਇਸ ਸਮੇਂ ਅਸੀਂ ਸੈਕਟਰ 35 ਪਹੁੰਚੇ ਹੋਏ ਚੰਡੀਗੜ੍ਹ, ਜਿੱਥੇ ਬੜਾ ਹੀ ਫੇਮਸ ਕਲੀਨਿਕ ਹੈ ਨਿਊ ਬਲੌਸਮ ਲੇਜ਼ਰ ਕਲੀਨਿਕ, ਜੋ ਕਿ ਆਪਣੀ ਕੋਸਮੈਟਿਕ ਸਰਜਰੀ ਲਈ ਫੇਮਸ ਹੈ। ਕਈ ਸਾਰੀਆਂ ਹਸਤੀਆਂ ਵੀ ਆ ਚੁੱਕੇ ਨੇ, ਇੱਥੇ ਨਾਮ ਨਹੀਂ ਲਵਾਂਗੇ। ਤੇ ਜਿਹੜੇ ਲੋਕ ਇੱਥੇ ਟ੍ਰੀਟਮੈਂਟ ਕਰਵਾ ਕੇ ਜਾਂਦੇ ਨੇ, ਕਿਉਂਕਿ ਸਕਿਨ ਹੀ ਇੱਕ ਲੁੱਕ ਲਈ ਮੈਟਰ ਕਰਦਾ ਹੈ, ਕਿਉਂਕਿ ਲੁੱਕ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਬਹੁਤ ਮੈਟਰ ਕਰਦੇ ਨੇ। ਅੱਜ ਕੱਲ੍ਹ ਇਹ ਜਿਹੜੀ ਟੈਕਨੋਲੋਜੀ ਹੈ ਬੜੀ ਹੀ ਐਡਵਾਂਸ ਹੋ ਚੁੱਕੀ ਹੈ। ਤਾਂ ਖਾਸ ਮੌਕੇ 'ਤੇ ਮੇਰੇ ਨਾਲ ਗੱਲਬਾਤ ਕਰਨ ਲਈ ਸਕਿਨ ਐਕਸਪਰਟ ਅਤੇ ਕੋਸਮੈਟੋਲੋਜਿਸਟ ਡਾਕਟਰ ਨਿਧੀ ਕੰਬੋਜ ਜੀ ਮੌਜੂਦ ਨੇ। ਖਾਸ ਮੌਕੇ 'ਤੇ ਗੱਲਬਾਤ ਕਰਦੇ ਹਾਂ, ਜੋ ਕਿ ਇਸ ਫੀਲਡ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਖਾਸ ਮੌਕੇ 'ਤੇ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਹੋਰ ਕਿਹੜੀਆਂ ਟੈਕਨੋਲੋਜੀਜ਼ ਨੇ ਜਿਸ 'ਤੇ ਵਰਕਆਊਟ ਕਰ ਰਹੇ ਨੇ, ਕੀ ਹਾਈਲਾਈਟਸ ਨੇ, ਇੰਟਰਸਟਿੰਗ ਫੈਕਟਰਸ ਨੇ, ਇਹਨਾਂ ਨੇ ਕਿਸ ਤਰ੍ਹਾਂ ਦੇ ਚੈਲੰਜ ਫੇਸ ਕੀਤੇ। ਕਿਉਂਕਿ ਡਾਕਟਰੀ ਫੀਲਡ ਵਿੱਚ ਆਉਣ ਲਈ ਇਹ ਤਾਂ ਹੈ ਨਹੀਂ ਆਪਾਂ ਇੱਕਦਮ ਆਸਾਨੀ ਨਾਲ ਹੀ ਆ ਜਾਈਏ, ਸਮੂਥ ਜਰਨੀ ਹੈ। ਕਈ ਸਾਰੇ ਐਫਰਟਸ ਕਰਨੇ ਪੈਂਦੇ ਨੇ, ਹਾਰਡ ਵਰਕ ਕਰਨਾ ਪੈਂਦਾ, ਡੈਡੀਕੇਸ਼ਨ ਨਾਲ ਕੰਮ ਕਰਨਾ ਪੈਂਦਾ। ਅਤੇ ਆਪਾਂ ਇਹਨਾਂ ਦੇ ਵਿਚਾਰ ਵੀ ਜਾਣਦੇ, ਨਾਲ ਇਸ ਮੌਕੇ 'ਤੇ ਗੱਲਬਾਤ ਵੀ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू एंड हेलो टू एवरीवन। बिल्कुल अगर देखा जाए सॉरी लाइव है ਪਾਉਸ ਕਰ ਦਿਓ। ਤਾਂ ਆਪਾਂ ਡਾਕਟਰ ਨਿਧੀ ਕੰਬੋਜ ਜੀ ਦਾ ਸਵਾਗਤ ਕਰਦਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। थैंक यू एंड हेलो टू एवरीवन। मैं अपनी जर्नी जी स्किन केयर स्टार्ट की सी 2009 ਵਿੱਚ ਔਰ ਮੇਰਾ ਇੱਕ ਕਲੀਨਿਕ ਇਸਟੈਬਲਿਸ਼ ਹੋਇਆ 2009 ਵਿੱਚ ਚੰਡੀਗੜ੍ਹ ਵਿੱਚ। ਇਹ ਉਹ ਵਾਲਾ ਟਾਈਮ ਸੀ ਜਦੋਂ ਕੁਛ ਹੀ ਕਲੀਨਿਕ 'ਚ ਲੇਜ਼ਰ ਦੇ ਪਲੇਟਫਾਰਮ ਸੀਗੇ ਐਂਡ ਵੀ ਆਰ ਵਨ ਆਫ ਦੈਮ ਕਿ ਜਿਨ੍ਹਾਂ ਨੇ ਐਲਮਾ ਪਲੇਟਫਾਰਮ ਇੰਟਰੋਡਿਊਸ ਕੀਤੇ ਸੀਗੇ ਟਰਾਈ ਸਿਟੀ ਵਿੱਚ। ਐਲਮਾ ਪਲੇਟਫਾਰਮ ਤੁਸੀਂ ਦੇਖੋਗੇ ਕਿ ਇਸ ਟਾਈਮ 'ਤੇ ਟਿਲ ਡੇਟ ਅਗਰ ਆਪਾਂ ਸਾਰਾ ਕੁਝ ਛੱਡ ਦਈਏ ਪਿੱਛੇ, ਚਾਈਨੀਜ਼ ਹੁਣ ਕਾਫੀ ਸਾਰੇ ਬ੍ਰਾਂਡਸ ਵਿੱਚ ਆ ਗਏ ਨੇ, ਟਿਲ ਡੇਟ ਦਿਸ ਇਜ਼ ਵਨ ਆਫ ਦਾ ਪਾਇਨੀਅਰਸ ਇਨ ਲੇਜ਼ਰ ਫੀਲਡਸ। ਇਹਨਾਂ ਨੇ ਹੀ ਸਾਰਾ ਕੁਝ ਸਟਾਰਟ ਕੀਤਾ ਸੀਗਾ। ਹੁਣ ਆਪਾਂ ਗੱਲ ਕਰੀਏ ਹਾਈਲਾਈਟਸ, ਤਾਂ ਵੀ ਆਰ ਡੂਇੰਗ ਐਵਰੀਥਿੰਗ। ਜਿੰਨੇ ਵੀ ਲੇਜ਼ਰ ਐਡਵਾਂਸ ਟੈਕਨੋਲੋਜੀਜ਼ ਅਸੀਂ ਇੱਥੇ ਕਰ ਰਹੇ ਹੈਗੇ ਹਾਂ, ਜਿਵੇਂ ਕਿ ਲੇਜ਼ਰ ਹੇਅਰ ਰਿਮੂਵਲ, ਪਿਗਮੈਂਟੇਸ਼ਨ ਵਾਸਤੇ, ਐਕਨੇ ਵਾਸਤੇ, ਐਂਟੀ ਏਜਿੰਗ ਵਾਸਤੇ ਐਂਡ ਲੋਟ ਆਫ ਅਦਰ ਸਕਿਨ ਰੀਜੂਵੀਨੇਸ਼ਨ। ਹੁਣ ਜਿਹੜਾ ਕਿ ਅੱਜ ਕੱਲ੍ਹ ਟਰੈਂਡ ਚੱਲਿਆ ਹੋਇਆ ਹਾਈਡਰਾ ਫੇਸ਼ੀਅਲ, ਅਸੀਂ ਐਂਡ ਆਮ ਰੀਅਲੀ ਪ੍ਰਾਊਡ ਟੂ ਸੇ ਦੈਟ ਕਿ ਅਸੀਂ ਕਾਫੀ ਜ਼ਿਆਦਾ ਅੱਛੇ ਰਿਜ਼ਲਟਸ ਦੇ ਰਹੇ ਹੈਗੇ ਹਾਂ। ਲੇਜ਼ਰ ਹੇਅਰ ਰਿਮੂਵਲ ਸਾਡੇ 100% ਰਿਜ਼ਲਟਸ ਨੇ ਅਗਰ ਤੁਸੀਂ ਬਾਕੀ ਸਾਰੇ ਸੈਂਟਰਸ ਨਾਲ ਕੰਪੇਅਰ ਕਰੋਗੇ। ਹਾਈਲਾਈਟਸ ਮੇਰੇ ਕਲੀਨਿਕ ਦੀਆਂ ਇਹ ਨੇ ਕਿ ਅਸੀਂ ਸਾਰਾ ਕੁਛ ਰਿਜ਼ਲਟ ਓਰੀਐਂਟਡ ਰੱਖਿਆ ਹੋਇਆ, ਕੁਛ ਵੀ ਮਨੀ ਓਰੀਐਂਟਡ ਨਹੀਂ ਰੱਖਿਆ ਹੋਇਆ। ਅਸੀਂ ਇਹ ਨਹੀਂ ਵੇਖਦੇ ਕਿ ਕਲਾਇੰਟ ਕਿਸ ਬੈਕਗਰਾਊਂਡ ਤੋਂ ਕਿਵੇਂ ਕਿਸ ਤਰ੍ਹਾਂ ਆ ਰਿਹਾ ਹੈ। ਸਾਨੂੰ ਸਿਰਫ ਇਹ ਪਤਾ ਹੁੰਦਾ ਕਿ ਸਕਿਨ ਕੰਸਰਨ ਇਹ ਹੈ ਔਰ ਅਸੀਂ ਉਹਨੂੰ ਬੈਸਟ ਰਿਜ਼ਲਟਸ ਕਿਵੇਂ ਡਿਲੀਵਰ ਕਰ ਸਕਦੇ ਹਾਂ। ਅਸੀਂ ਉਹਨੂੰ ਕੀ ਟਰੀਟਮੈਂਟਸ, ਕਿੰਨੇ ਨੰਬਰ ਆਫ ਸੈਸ਼ਨਸ ਆਪਾਂ ਰਿਜ਼ਲਟ ਡਿਲੀਵਰ ਕਰ ਸਕਦੇ ਹਾਂ, ਚਾਹੇ ਉਹ ਲੇਜ਼ਰ ਹੇਅਰ ਰਿਮੂਵਲ ਹੋਵੇ, ਚਾਹੇ ਉਹ ਪਿਗਮੈਂਟੇਸ਼ਨਸ ਹੈ, ਕੁਛ ਵੀ ਹੈ। ਸਾਡਾ ਇਹੋ ਇੱਕ ਕ੍ਰਾਈਟੇਰੀਆ ਹੁੰਦਾ ਕਿ ਅਸੀਂ ਵੀ ਆਰ ਨਾਟ ਆਫਟਰ ਮਨੀ, ਵੀ ਆਰ ਜਸਟ ਆਫਟਰ ਕਿ ਜੈਨੂਅਨਲੀ ਮਤਲਬ ਪ੍ਰੋਪਰ ਟਰੂਥਫੁਲੀ ਅਸੀਂ ਕਿਵੇਂ ਉਸ ਕਲਾਇੰਟ ਨੂੰ ਕੰਫਰਟੇਬਲ ਕਰ ਸਕਦੇ ਹਾਂ। ਕਿਉਂਕਿ ਬਹੁਤ ਸਾਰੇ ਕੰਸਰਨਸ ਮੈਂ ਦੇਖਦੀ ਹਾਂ ਲੇਜ਼ਰ ਹੇਅਰ ਅਗਰ ਫੇਸ਼ੀਅਲ ਹੇਅਰ ਵੀ ਹੈ, ਮੈਂ ਬਹੁਤ ਸਾਰੇ ਡਿਪਰੈਸਡ ਲੋਕ ਵੇਖੇ ਨੇ, ਬਹੁਤ ਲੋਕ ਡਿਪਰੈਸ਼ਨ ਚਲੇ ਜਾਂਦੇ ਨੇ, ਡਿਸਅਪੋਇੰਟਮੈਂਟਸ ਹੁੰਦੀਆਂ ਨੇ, ਬਹੁਤ ਪ੍ਰੋਬਲਮ ਫੇਸ ਕਰਦੇ ਆ, ਦਿੱਕਤ ਹੁੰਦੀ ਹੈ। ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਜਦੋਂ ਰਿਜ਼ਲਟ ਡਿਲੀਵਰ ਕਰਦੇ ਹਾਂ, ਜੋ ਕੌਨਫੀਡੈਂਸ ਦੇਖਣ ਨੂੰ ਮਿਲਦਾ, ਉਹ ਸਾਡੇ ਵਾਸਤੇ ਇੱਕੋ ਹੀ, ਉਹ ਸਾਡੇ ਵਾਸਤੇ ਗਿਫਟ ਕਹਿ ਲਓ ਜਾਂ ਸਾਨੂੰ ਉਹ ਕਹਿ ਲਓ ਕਿ ਸਾਨੂੰ ਖੁਸ਼ੀ ਮਿਲਦੀ ਹੈ ਅੰਦਰੋਂ ਸਾਨੂੰ ਕੰਮ ਕਰਕੇ। ਜੇਕਰ ਆਪਾਂ ਫਾਈਨ ਲਾਈਨਸ ਦੀ ਗੱਲ ਕਰੀਏ, ਅਕਸਰ ਉਹ ਜਿਹੜੇ ਏਜਡ ਹੋ ਜਾਂਦੇ ਨੇ ਆਫਟਰ 40, ਉਹਨਾਂ ਦੇ ਕੇਸਿਸ ਜ਼ਿਆਦਾ ਹੁੰਦੇ ਨੇ, ਕਿਉਂਕਿ ਯੰਗਸਟਰਸ ਵਿੱਚ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਰੇਅਰ ਜੀ ਮਿਲਦੀ ਹੈ। ਫਾਈਨ ਲਾਈਨਸ ਹੋ ਗਿਆ, ਪਿਗਮੈਂਟੇਸ਼ਨ ਹੋ ਗਈ, ਅਤੇ ਪਲੱਸ ਡਾਈਟ ਵੀ ਮੈਟਰ ਕਰਦੀ ਹੈ ਕਿਤੇ ਨਾ ਕਿਤੇ।
ਬਿਲਕੁਲ ਦੇਖੋ ਹੁਣ ਫਾਈਨ ਲਾਈਨਸ ਦੀ ਮੈਂ ਗੱਲ ਕਰਾਂ ਕਿ ਤੁਸੀਂ ਟੌਪਿਕ ਉਠਾਇਆ ਫਾਈਨ ਲਾਈਨ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਮਿਥ ਇਹ ਹੈਗਾ ਹੈ ਕਿ 40 ਤੋਂ ਬਾਅਦ ਹੀ ਟ੍ਰੀਟਮੈਂਟ ਨਹੀਂ ਫਾਈਨ ਲਾਈਨ ਜਦੋਂ ਆਪਣੀ ਕੋਲੈਜਨ ਦੀ ਡੀਗ੍ਰੇਡੇਸ਼ਨ ਹੈ 25 ਔਨਵਰਡ ਸਟਾਰਟ ਹੋ ਜਾਂਦੀ ਹੈ ਹਰ ਸਾਲ 1% ਕੋਲਾਜਨ ਡੀਗ੍ਰੇਡ ਕਰ ਰਿਹਾ ਤਾਂ ਆਪਾਂ ਕੀ ਕਰਨਾ ਆਪਾਂ ਟਾਈਮਲੀ ਹੀ ਚੀਜ਼ਾਂ ਨੂੰ ਸਮਝ ਲੈਣਾ ਕਿਉਂਕਿ ਹੁਣ ਉਹ ਵਾਲਾ ਟਾਈਮ ਚਲਾ ਗਿਆ ਕਿ ਤੁਸੀਂ ਪਾਰਲਰ 'ਚ ਅੱਧਾ ਘੰਟਾ ਬੈਠੇ ਮਸਾਜ ਕਰਾਈ ਐਂਡ ਯੂ ਆਰ ਹੈਪੀ ਉਹ ਟਾਈਮ ਚਲਾ ਗਿਆ ਤੁਹਾਨੂੰ ਪਤਾ ਹੈ ਕਿ ਫੇਸ਼ੀਅਲ ਦੀ ਮਸਾਜ ਕਰਾ ਕੇ ਤੁਹਾਨੂੰ ਜਿਹੜੇ ਸਕਿਨ ਦੇ ਕੰਸਰਨਸ ਨੇ ਉਹ ਬਿਲਕੁਲ ਵੀ ਸੋਲਵ ਨਹੀਂ ਹੋਣ ਵਾਲੇ ਕਰਾ ਸਕਦੇ ਹੋ ਅਸੀਂ ਇਹ ਨਹੀਂ ਕਹਿੰਦੇ ਨਹੀਂ ਕਰਾਓ ਬਿਲਕੁਲ ਕਰਾਈ ਗਿਵਸ ਯੂ ਹੈਪੀਨੈਸ ਫਰੋਮ ਇਨਸਾਈਡ ਗੋ ਐਂਡ ਪੈਂਪਰ ਯੋਰਸੈਲਫ ਬਟ ਫਾਈਨ ਲਾਈਨਸ ਵਾਸਤੇ ਹੁਣ ਆਪਾਂ ਬਹੁਤ ਸਾਰੇ ਟਰੀਟਮੈਂਟਸ ਨੇ ਜਿਵੇਂ ਆਪਾਂ ਸਕਿਨ ਬੂਸਟਰਸ ਕਰਦੇ ਹਾਂ ਉਹ ਤੁਸੀਂ ਟਾਈਮਲੀ ਹੀ स्टार्ट कर लो 25 ऑनवर्ड्स 30 लेट 30s में लेट 20s में आप वो स्टार्ट कर लो ताकि आपको वो चीज़ डेवलप ही ना हो आपको डिले कर सको एजिंग को बहुत ग्रेसफुली आप चीज़ों के अंदर आप प्लान अप करो तो हाँ अगर फाइन लाइंस बन गई हैं या हमें लग रहा है कि अब 40 वाली एज है देयर लॉट ऑफ ट्रीटमेंट्स वी आर डूइंग फेस पीआरपी हम लोग करते हैं कोलेजन को स्टिमुलेट करने के लिए उसमें वी टेक द ब्लड एंड वी टेक आउट प्लेटलेट्स एंड एवरीथिंग और वो जितना भी ये प्लाज्मा थेरेपी इट इज़ फुल ऑफ लॉट ऑफ ग्रोथ फैक्टर्स बायोएक्टिव प्रोटीन्स अंदर जाके कोलेजन को रीबिल्ड करता है ਚੀਜ਼ ਆਪਾਂ ਐਡ ਨੂੰ ਕਰਾਂਗੇ ਜਦੋਂ ਤੁਸੀਂ ਫਾਈਨ ਲਾਈਨਸ ਦੱਸਿਆ ਕਿ ਮੇਕਅਪ ਵੀ ਇਹਦੇ ਵਿੱਚ ਮੈਟਰ ਕਰਦਾ ਕਈ ਲੋਕ ਮੇਕਅਪ ਬਹੁਤ ਜ਼ਿਆਦਾ ਕਰਦੇ ਨੇ ਮੇਕਅਪ ਵੀ ਕਈ ਵਾਰ ਸਕਿਨ ਨੂੰ ਡੈਮੇਜ ਕਰ ਦਿੰਦਾ ਕਈ ਵਾਰ ਅੱਜ ਕੱਲ੍ਹ ਤਾਂ ਬ੍ਰਾਂਡਡ ਮੇਕਅਪ ਵੀ ਆ ਗਿਆ ਪਰ ਉਹ ਵਧੀਆ ਮੇਕਅਪ ਹੁੰਦਾ ਲੋਕ ਪ੍ਰੈਫਰ ਕਰਦੇ ਨੇ ਕੁਝ ਬ੍ਰਾਂਡਸ ਨੇ ਰੈਨੀ ਹੋ ਗਿਆ ਲੋਰੀਅਲ ਬਟ ਜਿਹੜੇ ਲੋਕ ਵਿਦਾਊਟ ਬ੍ਰਾਂਡ ਮੇਕਅਪ ਯੂਜ਼ ਕਰਦੇ ਨੇ ਕਿਤੇ ਨਾ ਕਿਤੇ ਉਹ ਚੀਜ਼ ਦੇ ਖੁਦ ਰਿਸਪੌਂਸੀਬਲ ਨੇ ਕਿ ਆਪਣੀ ਸਕਿਨ ਨੂੰ ਖੁਦ ਡੈਮੇਜ ਕਰਦੇ ਨੇ ਖੁਦ ਖਰਾਬ ਕਰਦੇ ਨੇ ਸਕਿਨ ਨੂੰ देखो ऐसे है जो भी आपकी एजिंग एक अलग लेवल पे चल रही है स्किन की एजिंग बिल्कुल डिफरेंट होती है आपकी बहुत सारी हैबिट्स के ऊपर डिपेंड करेगा स्किन केयर प्रोडक्ट्स आप क्या चूज़ करते हो लाइफ में उस पर डिपेंड करेगा आपका लाइफस्टाइल क्या है आप मेकअप डेली यूज़ करते हो उस पर डिपेंड करेगा आपका सन एक्सपोजर कितना है सन एक्सपोजर कहने को सिर्फ सन से हम नहीं बच रहे हैं ओवरऑल हम स्किन की एजिंग को भी डिले कर रहे होते हैं ऐसा नहीं होता ऐसा कुछ बार कई बार लोगों को लगता है कि सनस्क्रीन अंदर बैठे हैं तो क्या ज़रूरत है नहीं यू नीड इट फॉर अदर रीजंस आपका अब जितने भी हम सनस्क्रीन यूज़ करें आपको डस्ट और पोल्यूशन से भी स्क्रीनिंग करते हैं वो तो ऑब्वियसली जितना आप हार्श जितने भी इन्वायरमेंटल फैक्टर जितना बचा के रखेंगे उतना हम स्किन की एजिंग को डिले कर पाएंगे डेफिनेटली ये फैक्टर तो है अगर आप मेकअप है मेकअप में बहुत सारे प्रिजर्वेटिव्स ऐसे हैं जो कि दे आर वेरी हार्मफुल फॉर द स्किन अगर सपोज़ हमें वो नहीं पता है जैसे हम भी यहाँ पे स्किन केयर का जब रूटीन बताते हैं ये नहीं कहते कि मेकअप मत करो आपकी मजबूरी हो सकती है आपको ਅਕਸਰ ਲਿਖਿਆ ਹੁੰਦਾ ਪ੍ਰੋਡਕਟਸ ਜਿਹੜੇ ਬਿਊਟੀ ਪ੍ਰੋਡਕਟਸ ਨੇ ਨੌਨ ਕਮੈਡੋਜੈਨਿਕ ਹੁੰਦਾ ਹੈ ਐਲਕੋਹਲਿਕ ਫ੍ਰੀ ਹੁੰਦਾ ਹੈ ਇਹ ਚੀਜ਼ ਨਾਲ ਕਿੰਨਾ ਕੁ ਸਹਿਮਤ ਹੋ ਇਹ ਚੀਜ਼ਾਂ ਵਾਕਈ ਨੇ ਜਾਂ ਸਿਰਫ लिखा ही होता है देखो ऐसे 100% कोई भी चीज़ ऐसे नहीं होती कि आपको कोई नुकसान है मेकअप्स में बहुत सारी चीज़ें कंपोजिशंस ऐसी होती हैं अगर आप कॉन्टीन्यूस यूज़ कर रहे हो मेकअप अपने तो दैट इज़ गोइंग टू गिव यू हार्म नो डाउट वो करेगा ही करेगा सल्फेट फ्री ये सारा मिथ है ऐसा नहीं होता है जब प्रिपरेशंस होती हैं जब मैन्युफैक्चरिंग होती है प्रोडक्ट्स की तो बिना कुछ चीज़ों के वो मैन्युफैक्चरिंग नहीं हो सकती है तो उस पर खैर डिटेल में तो नहीं जाएंगे बट येस दीज थिंग्स आर हार्मफुल कुछ इंग्रेडिएंट्स उसमें होते ही होते हैं और एज सच हाँ नॉन कॉमेडोजेनिक इज़ इंटायर डिफरेंट एक चीज़ हो गई वो हो सकता है क्योंकि अगर वाटरी बेस्ड प्रोडक्ट्स हैं तो डेफिनेटली दे कैन बी नॉन कॉमेडोजेनिक वो वाले प्रोडक्ट्स के आप रख सकते हो बट ये है कि अगर आप मेकअप डेली यूज़ करते हो साथ के साथ आपको प्रॉपर स्किन केयर भी चाहिए कि आप पहले स्किन के ऊपर हाइड्रेशन की एक लेयर दे रहे हो फिर आप सनस्क्रीन की एक लेयर दे रहे हो देन यू कैन पुट योर प्राइमर एंड वट एवर यू वॉन्ट टू डू बट मेक अ लेयर मेक अ बैरियर फ्रॉम योर मेकअप ऑल्सो जैसे कि हम सन से बैरियर करने के लिए सनस्क्रीन लगा रहे हैं तो आप जब आपकी स्किन बिल्कुल इंटैक्ट होएगी मॉइस्चराइज्ड होएगी वेल हाइड्रेटेड होएगी तो आप मेकअप अप्लाई करो कोई हार्म नहीं होएगा तो आप कर सकते हो बट यू फॉलो अ रूटीन जो आपकी स्किन टाइप के हिसाब से चाहिए आप वो रूटीन फॉलो करें ਤੁਹਾਡੇ ਕੋਲ ਇਹਦੇ ਕੇਸਿਸ ਵੀ ਹੋਣਗੇ ਸਕਿਨ ਨਾਲ ਰਿਲੇਟਡ ਜਿਨ੍ਹਾਂ ਦੀ ਸਕਿਨ ਪ੍ਰੋਪਰ ਹੁੰਦੀ ਹੈ ਬਰਨ ਪਿਗਮੈਂਟੇਸ਼ਨ ਤਾਂ ਹੁੰਦੀ ਹੈ ਸਕਿਨ ਵੀ ਬਰਨ ਹੁੰਦੀ ਹੈ ਉਹਨਾਂ ਨੂੰ ਕਿਹੜਾ ਤੁਸੀਂ ਟ੍ਰੀਟਮੈਂਟ ਪ੍ਰੈਫਰ ਕਰਦੇ ਹੋ ਤੇ ਕਈ ਸਾਰੀਆਂ ਚੀਜ਼ਾਂ ਜਦੋਂ ਆਪਾਂ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਸੋਚ ਸਮਝ ਕੇ ਕਰਦੇ ਹੋ ਜਦੋਂ ਕਾਸਮੈਟਿਕ ਲੇਜ਼ਰ ਸਰਜਰੀ ਕਰਦੇ ਹੋ ਤਾਂ ਸਭ ਤੋਂ ਵੱਡੀ ਚੁਣੌਤੀ ਚੈलेंज ਕੀ ਰਹਿੰਦਾ देखो अगर हम पिगमेंटेशन की बात करें पिगमेंटेशन एक तरीका का नहीं होता बहुत सारी पिगमेंटेशंस होती हैं प्लाज्मा होता है ब्लैमिशेस होंगे हैं फ्रैकल्स हैं ए स्पॉट्स है सन स्पॉट्स हैं लॉट ऑफ थिंग्स सन बर्न भी होता है आप सपोज आप कहीं घूम के आए हो एंड देर लॉट ऑफ हीट दी वजह नाल स्किन दी क्लीयर शेड हो रही दैट सन बर्न हुण अलग अलग कंडीशन वास्ते अलग अलग ट्रीटमेंट होंगे हैं चैलेंजिस ये होंदा है कि आपां स्किन टाइप के हिसाब नाल या कई बार कोई मेडिकली कोई ऐसी कंडीशन है उसके हिसाब से हमने क्लाइंट को क्या ट्रीटमेंट फॉलो करना है दैट इज़ व्हाट द चैलेंज इज़ दैट इज़ कि हाँ उसके ऊपर कि वो स्किन केयर जो हमने सपोज ट्रीटमेंट कर दिया अब उसके बाद आपका पोस्ट केयर
ਅਗਰ ਤੁਸੀਂ ਪੋਸਟ ਕੇਅਰ ਨਹੀਂ ਕੀਤੀ, ਜਿਵੇਂ ਅਸੀਂ ਇੰਸਟਰਕਸ਼ਨ ਦਿੱਤੀਆਂ ਨੇ ਉਹ ਨਹੀਂ ਕੀਤੀਆਂ, ਉਹ ਚੈਲੰजिंग ਹੋ ਜਾਏਗਾ, ਉਹ ਰਿਜ਼ਲਟ ਨਹੀਂ ਉਹਨਾਂ ਡਿਲੀਵਰ ਕਰ ਪਾਵਾਂਗੇ ਜਾਂ ਉਹਨਾਂ ਦਿਖਾ ਨਹੀਂ ਪਾਵਾਂਗੇ। ਸੋ ਇਹ ਚੈਲੰजेस हम लोग ਫੇਸ ਕਰਤੇ ਹੈ। ਬਟ ਮੈਨੂੰ ਲੱਗਦਾ ਹੈ ਕਿ ਹੁਣ ਓਬਵੀਅਸਲੀ ਜੋ ਤੁਹਾਨੂੰ ਇੰਨਾ ਟਾਈਮ ਹੋ ਜਾਂਦਾ ਕੰਮ ਕਰਦੇ ਹੋਏ, ਤਾਂ ਪੀਪਲ ਦੇ ਐਗਰੀ ਸਾਰਾ ਕੁਝ ਉਹ ਗੱਲ ਮੰਨ ਲੈਂਦੇ ਨੇ। ਹੁਣ ਉਹ ਵਾਲੇ ਚੈਲੰजेस ਤਾਂ ਨਹੀਂ ਨੇ, ਬਟ ਯੈਸ there are lot of other struggles which we keep facing। ਹੁਣ ਜਿਵੇਂ ਪਿੱਛੇ ਸਟਰਗਲ ਦੀ ਗੱਲ ਕਰੋ ਤਾਂ ਪਿੱਛੇ ਕੋਰੀਅਨ ਗਲਾਸ ਟ੍ਰੀਟਮੈਂਟ ਬੜਾ ਚੱਲ ਰਿਹਾ ਸੀ, ਕੋਰੀਅਨ ਗਲਾਸ ਸਕਿਨ ਲੋਕਾਂ ਨੂੰ ਬੜਾ ਸ਼ੌਂਕ ਚੜਿਆ ਸੀ। ਦੇ ਅੱਜ ਤੱਕ ਨਹੀਂ ਪਤਾ ਚੱਲਿਆ ਕੀ प्रोडक्ट्स ਉਹਦੇ 'ਚ यूज़ हो रहे हैं, कि सारा आज अभी तक भी वो क्लियर नहीं है। तो हम जो फोकस करते हैं, हम तो जब भी कोई क्लाइंट आ जाता है तो हम तो बात करें इंडियन ग्लास स्किन की बात करो, वी शुड बी हेल्दी एंड वेल हाइड्रेटेड। ਆਪਾਂ ਇੰਡੀਅਨ ਸਕਿਨ ਦੀ ਗੱਲ ਕਰੀਏ, ਬਿਕੋਜ਼ ਕੋਰੀਅਨ ਸਕਿਨ ਨੂੰ ਆਪਾਂ ਨਹੀਂ ਕੰਪੇਅਰ ਕਰ ਸਕਦੇ। ਉਹ ਉਹਨਾਂ ਦਾ ਜੈਨੇਟਿਕ ਹੈ, ਉਹਨੇ ਦੇ ਇਨਵਾਇਰਮੈਂਟਲ ਫੈਕਟਰਸ ਨੇ, ਉਹਨਾਂ ਦੀ ਡਾਈਟ ਦੇਖੋ ਤੁਸੀਂ ਔਰ ਸਾਡਾ ਡਾਈਟ ਦੇਖੋ, ਬਿਲਕੁਲ ਬਹੁਤ ਡਿਫਰੈਂਸ ਹੈ। ਔਰ ਸਕਿਨ ਵੀ ਉਸੇ ਤਰ੍ਹਾਂ ਡਿਫਰ ਕਰੇਗੀ। ਵੀ ਕੈਨੋਟ ਹੈਵ ਕੋਰੀਅਨ ਗਲਾਸ ਸਕਿਨ ਇੱਥੇ ਬੈਠ ਕੇ ਨਹੀਂ ਹੋ ਸਕਦਾ, ਹੈ ਨਾ। ਸੋ ਵੀ ਸ਼ੁੱਡ ਫੋਕਸ ਔਨ ਦ ਹੈਲਦੀ ਸਕਿਨ, ਕਿ ਆਪਾਂ ਕਿਵੇਂ ਸਕਿਨ ਨੂੰ ਹੈਲਦੀ ਰੱਖ ਸਕਦੇ ਹਾਂ ਆਪਣੇ ਡਾਈਟ ਔਰ ਲਾਈਫ ਸਟਾਈਲ ਦੇ ਹਿਸਾਬ ਨਾਲ। ਹਾਊ ਵੀ ਕੈਨ ਕਾਈਂਡ ਆਫ ਕੀਪ ਆਰ ਸਕਿਨ ਐਲੀਗੈਂਟ ਐਂਡ ਬਿਊਟੀਫੁਲ। ਨਿਧੀ ਜੀ, ਜਦੋਂ ਕੋਈ ਟ੍ਰੀਟਮੈਂਟ ਤੁਹਾਡੇ ਕੋਲ ਕਰਵਾ ਕੇ ਆਉਂਦਾ, ਆਫਟਰ ਟ੍ਰੀਟਮੈਂਟ ਉਹਨੂੰ ਕਿਹੜੀ ਤੁਸੀਂ ਪ੍ਰੀਕਾਸ਼ਨਸ ਦੱਸਦੇ ਹੋ, ਕੀ ਕਰਦੇ ਹੋ ਕਿ ਇਹ ਚੀਜ਼ ਤੋਂ ਸਾਵਧਾਨੀ ਕਰਨੀ ਚਾਹੀਦੀ ਹੈ, ਅਵੋਇਡ ਕਰਨਾ ਚਾਹੀਦਾ ਹੈ, ਕਿਹੜੀ ਡਾਈਟ ਪ੍ਰੈਫਰ ਕਰਦੇ ਹੋ? ਪ੍ਰੋਡਕਟਸ ਵੀ ਆਪਣੇ ਹੁੰਦੇ ਤੁਹਾਡੇ ਸਕਿਨ ਪ੍ਰੋਡਕਟਸ? ਹਾਂਜੀ, ਜਿਵੇਂ ਟ੍ਰੀਟਮੈਂਟ 'ਤੇ ਡਿਪੈਂਡ ਕਰੇਗਾ ਕਿ ਆਪਾਂ ਪੋਸਟ ਕੇਅਰ ਕੀ ਦੇਣੀ ਹੈ। ਜਿਵੇਂ ਹੁਣ ਐਕਨੇ ਵਾਲਾ ਕਲਾਇੰਟ ਹੈ, ਆਪਾਂ ਨੂੰ ਡਾਈਟ ਬਹੁਤ ਜ਼ਰੂਰੀ ਹੈ। ਅਗਰ ਆਪਾਂ ਐਕਨੇ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਹੈ, ਉਹਦੇ 'ਚ ਡੈਫੀਨੇਟਲੀ ਸਭ ਤੋਂ ਪਹਿਲਾਂ ਇੰਸਟਰਕਸ਼ਨ ਹੁੰਦੀ ਹੈ ਕਿ ਮੀਠਾ ਬੰਦ ਕਰੋ, ਹਾਈ ਕਾਰਬ ਫੂਡ ਬੰਦ ਕरो, कोल्ड ड्रिंक्स बंद करो और अब सेल्फ मेडिकेशन बंद करो। जो हम ओवर द काउंटर कुछ भी उठा लिया कि रेटिनॉल भी ले लेते हैं, सैलिसिलिक भी ले लेते हैं, नाइसिनामेड भी ले लेते हैं, बहुत सारे एक्टिव्स मैंने देखा है, स्पेशली यंग। व्हाट अबाउट कॉफ़ी? कॉफ़ी सी मॉडरेशन में चाय कॉफ़ी आप ले सकते हो, डेयरी प्रोडक्ट्स का रोल रहता है, एक्ने ट्रिगर करता है, बट इन अ मॉडरेशन अमाउंट यू कैन टेक इट। हाँ, अगर एक्सेसिवली इफ़ यू आर टेकिंग, ऑब्वियसली दैट इज़ एनीथिंग इन एक्सेस इज़ बैड, एनीथिंग इन एक्सेस। अगर आप मॉडरेशन च ਲਈ ਜਾ ਰਹੇ ਹਾਂ, फ्रूट्स ਤੁਹਾਡੀ ਅਗਰ ਹੈਲਦੀ ਡਾਈਟ ਹੈ ਤਾਂ ਤੁਹਾਡੀ ਬੋਡੀ ਫਾਈਟ ਬੈਕ ਵੀ ਕਰੇਗੀ, ਐਕਨੇ ਜਲਦੀ ਠੀਕ ਹੋਣਗੇ। दैट इज़ वट द मोटिव इज़। इस करके वो सारी चीज़ें जो कि अवॉइड करनी चाहिए ने, वो करनी चाहिए। सब तो पहला मीठा बंद करना चाहिए। मीठा इज़ रियली हार्मफुल, मीठा तो पॉइजन है किसी भी चीज़ वास्ते, वो बिल्कुल ही आई थिंक खत्म होना चाहिए। और अगर पिगमेंटेशन है, उनके वास्ते पोस्ट केयर सानू हुंदा कि तुसी स्क्रबिंग बंद करो, स्किन नू रेस्ट ते रखो, क्योंकि कई बारी कोशिश करते हैं लोग, ਤੁਸੀਂ ਦੇਖਿਆ ਹੋਇਆ ਕਈਆਂ ਦੇ ਕਈ ਵਾਰੀ ਨੈਕ ਜਿਵੇਂ ਡਾਰਕ ਹੋ ਗਈ, ਅੰਡਰ ਆਰਮਸ ਡਾਰਕ ਨੇ, ਤਾਂ ਲੋਕ ਕੀ ਕਰਦੇ ਨੇ, ਸਕਰਬ ਆਫ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਲੇਅਰ ਅਸੀਂ ਆਪਣੇ ਆਪ ਹੀ ਘਰ ਬੈਠੇ ਨਿਕਾਲ ਲਾਂਗੇ। ਨਹੀਂ, दैट इज़ नॉट पॉसीबल। दिस इज़ ड्यू टू योर इंटरनल चेंजेस। उनके वास्ते आपां स्क्रबिंग, रबिंग, फेशियल मसाज सब बंद करना है। एंड देयर आर लॉट ऑफ वाइटनिंग, ब्राइटनिंग लोशनस आते हैं, देयर आर ट्रीटमेंट्स ऑल्सो। वी डू लॉट ऑफ ग्लाइकोलिक पील्स असी करते हैं बॉडी वास्ते, बॉडी वाइटनिंग वास्ते। एंड फोटो फेशियल है जो कि फेस की पिगमेंटेशन में हम करते हैं। सो ये ट्रीटमेंट्स डिपेंडिंग अपॉन द सिचुएशन वी सिलेक्ट। ਤੇ ਕਿੰਨੀ ਕਿ ਸਿਟਿੰਗ ਬਾਅਦ ਤੁਸੀਂ ਕਹਿੰਦੇ ਹੋ ਵੀ ਹੁਣ ਮਤਲਬ ਪ੍ਰੋਪਰ ਟ੍ਰੀਟਮੈਂਟ ਹੋ ਚੁੱਕਿਆ, ਸਟਾਰਟਅਪ ਕਰ ਦਿਓ ਫਸਟ ਸਿਟਿੰਗ ਤੋਂ, ਕਿੰਨੀਆਂ ਸਿਟਿੰਗਸ ਲੈਣੀਆਂ ਪੈਂਦੀਆਂ ਨੇ ਸਕਿਨ ਟ੍ਰੀਟਮੈਂਟ ਲਈ? ਜਿਵੇਂ ਲੇਜ਼ਰ ਹੇਅਰ ਰਿਮੂਵਲ ਦੀ ਆਪਾਂ ਗੱਲ ਕਰੀਏ ਤਾਂ 6 ਸਿਟਿੰਗ ਅਸੀਂ ਮਿਨੀਮਮ ਦਿੰਦੇ ਹਾਂ ਐਵਰੀ ਮੰਥ, ਵਨਸ ਇਨ ਅ ਮੰਥ ਹੁੰਦਾ। ਉਸ ਤੋਂ ਬਾਅਦ ਮੇਨਟੇਨੈਂਸ ਹੁੰਦਾ ਕਿ ਆਪਾਂ ਨੂੰ ਹੁਣ मेंटेनेंस कितनी ज़रूरत है, लाइक वंस इन 6 मंथ्स भी करते हैं, वंस अ ईयर भी करते हैं। इसी तरीके से बॉडी का भी ऐसे ही रहता है। पिगमेंटेशन साढ़ियाँ ਜਿਹੜੇ एवरेज सैशन रहंदियां ने 4 to 5 सैशन रहता, जिनके विच असी 2 फोटो फेशियल करते हैं, 2 सैशन असी मीज़ोथेरेपी करते हैं, उस तो बाद फेस PRP करते हैं। तो ये सारा ट्रीटमेंट पे डिपेंड करेगा। तो ये रहता है। ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਫੀਲਡ ਨਾਲ ਜੁੜੇ ਹੋ, ਤੁਸੀਂ ਕੀ ਬਦਲਾਵ ਦਿਖਿਆ ਐਜ਼ ਅ ਕੋਸਮੈਟੋਲੋਜਿਸਟ, ਸਕਿਨ ਐਕਸਪਰਟ? ਦੇਖੋ, ਜਦੋਂ ਮੈਂ ਕੰਪੇਅਰ ਕਰਾਂਗੀ ਜਦੋਂ ਲੇਜ਼ਰ ਨਹੀਂ ਸੀਗੇ, ਉਦੋਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀਗੀਆਂ ਜੋ ਕਿ ਹੁਣ ਮੁਲਾਜ਼ਮਾ ਲਾ ਲਓ, ਕਿਸੇ ਨੂੰ ਪਿਗਮੈਂਟੇਸ਼ਨ ਹੋ ਗਿਆ, ਉਹ ਹੀ ਕਲਾਇੰਟ ਨੂੰ ਇੰਨਾ ਜ਼ਿਆਦਾ ਸੈਡ ਕਰ ਦਿੰਦਾ ਹੈ, ਤੁਹਾਡਾ ਕੌਨਫੀਡੈਂਸ ਲੂਜ਼ ਕਰ ਦਿੰਦਾ। ਹੁਣ ਉਹ ਚੀਜ਼ਾਂ ਖਤਮ ਹੋ ਗਈਆਂ। ਹਰ ਬੰਦੇ ਨੂੰ ਇੱਕ ਫੀਲ ਹੁੰਦਾ ਕਿ ਯੈਸ ਦਿਸ ਹੈਜ਼ ਅ ਸੋਲਿਊਸ਼ਨ ਨਾਓ। ਹੁਣ ਇਹਦਾ ਸੋਲਿਊਸ਼ਨ ਹੈ। ਤੁਹਾਡਾ ਸਿਰਫ ਔਰ ਸਿਰਫ ਮੈਟਰ ਕਰਦਾ ਕਿ ਤੁਸੀਂ ਰੈਗੂਲਰਲੀ ਪ੍ਰੋਡਕਟਸ ਫੋਲੋ ਕਰੋ, ਰੈਗੂਲਰਲੀ ਸਕਿਨ ਕੇਅਰ ਫੋਲੋ ਕਰੋ। ਯੂ ਕੈਨ ਇਨ ਅ ਕਾਈਂਡ ਆਫ, ਹੁਣ ਉਹ ਚੀਜ਼ਾਂ ਖਤਮ ਹੋ ਗਈਆਂ। ਉਹ ਹਰ ਬੰਦਾ ਓਬਵੀਅਸਲੀ ਸਕਿਨ ਕੇਅਰ ਦੇ ਪ੍ਰੋਡਕਟਸ ਵੀ ਲੋਕ ਅਗਰ ਆਪਣੇ ਆਪ ਯੂਜ਼ ਕਰ ਰਹੇ ਨੇ, ਓਵਰ ਦ ਕਾਊਂਟਰ ਵੀ ਲੈ ਲੈਂਦੇ ਨੇ, ਤਾਂ ਉਹ ਚੀਜ਼ ਖਤਮ ਹੋ ਗਈ ਕਿ ਇਹਦੇ ਪਿੱਛੇ ਹੁਣ ਆਪਾਂ ਨੂੰ ਡਿਪਰੈਸ਼ਨ ਲੈਣ ਦੀ ਜ਼ਰੂਰਤ ਨਹੀਂ। ਇਹਦੇ ਪਿੱਛੇ ਸਾਨੂੰ ਪਤਾ ਹੈ ਕਿ ਹੁਣ ਇਹਦਾ ਸੋਲਿਊਸ਼ਨ ਹੈਗਾ। ਵੀ ਜਸਟ ਨੀਡ ਟੂ ਹੈਵ ਰਾਈਟ ਗਾਈਡੈਂਸ ਐਟ ਦ ਰਾਈਟ ਟਾਈਮ। ਕੁਛ ਲੋਕ ਅਨਵਾਂਟਡ ਟੈਟੂਜ਼ ਵੀ ਰਿਮੂਵ ਕਰਵਾਉਂਦੇ ਨੇ, ਅਨਵਾਂਟਡ ਹੇਅਰਸ ਵੀ ਕਰਵਾਉਂਦੇ ਨੇ, ਅਤੇ ਉਹ ਸੇਫ ਰਹਿੰਦਾ। ਪਹਿਲਾਂ ਟੈਟੂਜ਼ ਬਣਵਾਉਂਦੇ ਨੇ, ਫਿਰ ਟੈਟੂਜ਼ ਰਿਮੂਵ ਕਰਵਾਉਂਦੇ ਨੇ। ਕਈ ਵਾਰ ਇੱਦਾਂ ਹੁੰਦਾ ਕਿ ਜਿਹੜਾ ਟੈਟੂਜ਼ ਦਾ ਮਾਰਕ ਹੁੰਦਾ ਉਹ ਰਹਿ ਵੀ ਜਾਂਦਾ ਹੈ।
हाँ, द टैटू रिमूवल देखिए 95% तक रिज़ल्ट आ जाते हैं, और बहुत सारी सर्विसेज ऐसी हैं इंडिया में या एविएशन में भी टैटूज़ अलाउड नहीं है, तो वो भी एक रीज़न होता है लोग टैटू रिमूव कराते हैं। देयर आर अदर रीजनस एज वेल, कई बार किसी ਦਾ ਨਾਮ ਲਿਖਵਾਇਆ ਹੁੰਦਾ ਉਹ ਵੀ ਲੋਕੀ ਰਿਮੂਵ ਕਰਾਉਂਦੇ ਨੇ। ਹਾਂ, ਕਈ ਵਾਰ ਜੌਬ ਰਿਲੇਟਡ ਵੀ ਹੁੰਦਾ। ਯੈਸ, ਟੈਟੂ ਰਿਮੂਵਲ 'ਚ ਕਾफ़ੀ ਅੱਛੇ ਰਿਜ਼ਲਟਸ ਆ ਜਾਂਦੇ ਨੇ। ਅਗਰ ਓਵਰ ਹੀਟਿੰਗ, ਇਜ਼ ਇਟ ਪੇਨਲੈਸ ਔਰ ਪੇਨ? ਥੋੜਾ ਜਿਹਾ ਹੀਟ ਫੀਲ ਹੁੰਦਾ, ਪਰ ਆਪਾਂ ਨੰਬਿੰਗ ਕਰੀਮ ਹਾਫ ਐਨ ਆਰ ਲਗਾ ਕੇ ਉਸ ਤੋਂ ਬਾਅਦ टैटू रिमूवल ਦਾ प्रोसीजर ਹੁੰਦਾ। इट्स वेरी क्वाइट टॉलरेबल, ऐसा भी नहीं है। हाँ, कई बार बहुत बड़े बड़े टैटूज़ हैं जहाँ पे टाइम लगने वाला है, तो वहाँ पे हीट भी उतनी देनी पड़ती है, वो थोड़ा सा पेनफुल हो जाता है, बट नॉट इन कॉमन थिंग। कॉमनली नहीं होता ऐसा। ਕਿ ਮਤਲਬ ਸੇਫ ਹੁੰਦਾ, ਬੰਦਾ ਕਰਵਾ ਸਕਦਾ। ਜੇ ਹੇਅਰ ਰਿਮੂਵਲਸ ਦੀ ਗੱਲ ਕਰੀ, ਹੇਅਰ ਰਿਮੂਵਲਸ ਵੀ ਲੋਕਲ अनवांटेड हेयर्स भी रिमूव करवाते हैं। 100% फेशियल हेयर भी करते हैं हम लोग, बॉडी वाले हेयर भी करते हैं, एंड इज़ कंप्लीटली पेनलैस, कुछ नहीं फील होंदा। हल्की जी हीट फील होंदी है। बड़े पैंपरिंग सैशन होंदे ने ਜਦੋਂ बॉडी करते हैं, क्लाइंट बिल्कुल रिलैक्स कर रहा ਹੁੰਦਾ, मैगजीन रीड कर रहा ਹੁੰਦਾ, और ਆਪਾਂ हेयर रिमूवल ਦੇ ਸੈਸ਼ਨ ਕਰਦੇ ਹਾਂ। इट्स वेरी इफेक्टिव एंड आई थिंक एवरीवन शुड गो फॉर इट। हेयर रिमूवल ਤਾਂ ਹਰ ਕਿਸ ਨੂੰ ਕਰਾ ਲੈਣਾ ਚਾਹੀਦਾ। ਤੁਸੀਂ ਆਪਣੀ ਜੌਬ ਬੜੀ ਡੈਡੀਕੇਸ਼ਨ ਤੇ ਪੈਸ਼ਨ ਨਾਲ ਕਰ ਰਹੇ ਹੋ। ਕਈ ਡਾਕਟਰਸ ਨੂੰ ਐਜ਼ ਅ ਡਾਕਟਰ ਤੁਸੀਂ ਕੀ ਐਡਵਾਈਸ, ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਡਾਕਟਰਸ ਸਿਰਫ ਮਨੀ ਨੂੰ ਫਸਟ ਪ੍ਰਾਇੋਰਟੀ ਮੰਨਦੇ ਨੇ, ਲੋਕਾਂ ਦੀ ਹੈਲਥ ਤੋਂ ਕੋਈ ਮਤਲਬ ਨਹੀਂ, ਇੱਕ ਕਾਰੋਬਾਰ ਬਣ ਚੁੱਕਿਆ ਕਾਸਮੈਟਿਕ ਜਿਹੜੀ ਸਰਜਰੀ ਹੈ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਉਹਦੇ ਬਾਰੇ ਕੀ ਵਿਚਾਰਧਾਰਾ ਰੱਖਦੇ ਹੋ? डेफिनेटली मैं बिल्कुल एक तो मैसेज मैं देना चाहूँगी कि जो हम ऐसे जो पैकेजेस ले लेते हैं ना, जो लाइफ लॉन्ग पैकेजेस हैं, अब कई बार ग्लो के लिए लोग पैकेजेस ले लेते हैं पूरी पूरी लाइफ के लिए, या कुछ लोग सर्जरीज़ में, सपोज़ करो अब किसी की मैरिज है जहाँ पे, अब हमारे पास एक एग्जांपल के तौर पे बताऊँ, उनको ब्रेस्ट लिफ्टिंग का शौक था, उन्होंने कराया, बट महीने के बाद ही उनकी मैरिज थी, तो शी लैंडेड अप इनटू बैड स्कार्स, जहाँ से फ़ैट लिया और फिर वहाँ ब्रेस्ट पे फैट जो इंजेक्ट किया, तो वो काफ़ी परेशानी में हमने उनको देखा, जो कि इस तरीके से नहीं करना चाहिए। आपको हर चीज़ क्लाइंट के बारे में पहले सोचना चाहिए, अपने बारे में बाद में सोचना चाहिए। दैट्स द जेन्युइन आस्पेक्ट, और लोगों को मैं एडवाइस करूँगी एकदम से पैकेजेस के पीछे नहीं भागें। सपोज़ करो अगर आपको हाइड्रा फेशियल हम दे रहे हैं, तो ऐसा नहीं होता कि आपको साल में 10 हाइड्रा फेशियल का पैकेज लेके छोड़ दो। नो, जस्ट डोंट डू लाइक दैट। आप देखो कि आपके स्किन को किस टाइम पे किस चीज़ की कितनी ज़रूरत है। जितनी ज़रूरत है आप उतना ही ट्रीटमेंट प्लान करके, लॉजिकली समझ के चीज़ों को आप उस तरीके से डिसाइड करिए, उस तरीके से क्लिनिक्स विजिट करिए, उस तरीके से सैलून विजिट करिए, उस तरीके से आप प्लान करिए। मतलब जस्ट डोंट रन आफ्टर एनीथिंग कि ये पैकेज बन गया है, चलो इसको ले लेते हैं। 1-1 1.5 लाख के लोगों ने पैकेज लिए होते हैं, उसमें प्रोडक्ट्स भी दे रहे होते हैं। अब सारा साल वो प्रोडक्ट आपको सूट करेगा, आप कैसे ये बिलीव कर सकते हो? वेदर भी तो चेंज होएगा, आप भी तो रोज़ एक दिन बड़े हो जाते हो, आपकी स्किन भी तो रोज़ चेंज हो रही है, आपका स्ट्रेस का लेवल, आपकी अपनी कंडीशन, सब भी तो चेंज हो रहा है। एक ही प्रोडक्ट आप पूरा साल कैसे लगा सकते हो? तो सब कुछ डिपेंड करता है अकॉर्डिंग टू द रिक्वायरमेंट, कितना, कहाँ, किसको कितनी ज़रूरत है। सो दैट इज़ द बेस्ट प्रैक्टिस वन कैन डू। ਟੈਕਨੋਲੋਜੀ ਬਹੁਤ ਐਡਵਾਂਸ ਹੋ ਰਹੀ ਹੈ, ਪਰ ਪੜ੍ਹੇ ਲਿਖੇ ਨੂੰ, ਜਿਹੜੇ ਵੈਲ ਐਜੂਕੇਟਡ ਲੋਕ ਨੇ ਉਹਨਾਂ ਨੂੰ ਸਮਝ ਆ ਰਹੀ ਹੈ। ਜਿਹੜੇ ਪੜ੍ਹੇ ਲਿਖੇ ਨਹੀਂ ਹੋਏ ਹੈਗੇ, ਉਹਨਾਂ ਨੂੰ ਤੁਸੀਂ ਕਿੱਦਾਂ ਅਟੈਂਡ ਕਰਦੇ ਹੋ? ਕਈ ਵਾਰ ਕਿਸੇ ਨੂੰ ਨਹੀਂ ਅੰਡਰਸਟੈਂਡਿੰਗ ਹੁੰਦੀ, ਨਹੀਂ ਨੌਲੇਜ ਹੁੰਦੀ ਸਰਜਰੀ ਬਾਰੇ, ਤਾਂ ਉਹਨਾਂ ਨਾਲ ਡੀਲਿੰਗ ਕਿਸ ਤਰ੍ਹਾਂ ਕਰਦੇ ਹੋ? ਡਿਫਿਕਲਟ ਹੁੰਦਾ ਨਾ ਕਿਤੇ ਉਹਨਾਂ ਨੂੰ ਕਾਉਂਸਲੇਸ਼ਨ ਵੀ ਦਿੰਦੇ ਹੋ, ਉਹਨਾਂ ਨੂੰ ਐਡਵਾਈਸ ਵੀ ਦਿੰਦੇ ਹੋ, ਹਰ ਇੱਕ ਐਂਗਲ ਦੀ ਜਿਹੜੀ ਐਡਵਾਈਸ ਆ ਤੁਸੀਂ ਉਹਨੂੰ ਪ੍ਰੈਫਰ ਕਰਦੇ ਹੋ? ਸੀ ਮੇਰਾ ਨਾ, ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦਿਸ ਥਿੰਗ, ਕਿ ਜਿਹਨੂੰ ਨਹੀਂ ਪਤਾ ਮੈਨੂੰ ਬੜਾ ਮਜ਼ਾ ਆਉਂਦਾ ਸਮਝਾਉਣ 'ਚ, ਕਿ ਤੁਸੀਂ ਪਹਿਲਾਂ ਲॉजिकली समझ लो। ਅਸੀਂ डेफिनेटली आई मेक द कंसेप्ट क्लियर कि अगर सपोज फोटो फेशियल की बात करें, अब अगर उसको ये सबसे पहले दिमाग में फेयर होता है कि कैंसर तो नहीं हो जाएगा, कितने नंबर ऑफ सेशन होंगे। सबसे पहले हम उनको कंसेप्ट क्लियर करते हैं। वी हैव लॉट ऑफ वीडियोज़, वी हैव लॉट ऑफ थिंग्स जिनके थ्रू हम उनको दिखाते हैं कि किसी तरीके से, एंड देयर इज़ अ सिस्टम वी फॉलो। मतलब हमने जो 4-5 सेटिंग करनी है तो 4-5 ही करनी है। इट्स नॉट लाइक कि आप सारी उम्र आप यही करा, नो, इट्स नॉट लाइक दैट। तो हमें एक, आई एम क्वाइट पैशनेट अबाउट इट। मैं बिल्कुल तरीके नाल असी कंसैप्ट क्लियर करते हैं, लॉजिक्स क्लियर करते हैं। कई बार टीनेजर्स भी आते हैं, उनको हम बताते हैं कि आप ये चीज़ समझ लो, ये इस तरीके से काम कर रही है, स्किन के अंदर इतना जाने वाली है, इतनी इसकी डेप्थ होने वाली है, इतनी देर के लिए हम ये करने वाले हैं। ये सारी चीज़ें डेफिनेटली हम लोग काउंसलिंग में लेते हैं। ਤੇ ਜੇਕਰ ਆਪਾਂ ਕਾਸਮੈਟਿਕ ਲੇਜ਼ਰ ਸਰਜਰੀ ਦੀ ਗੱਲ ਕਰੀਏ, ਉਹ ਕਿੰਨਾ ਟਾਈਮਿੰਗ ਹੁੰਦੀ ਹੈ, ਟਾਈਮ ਦੀ ਮਤਲਬ ਕਿੰਨਾ ਟਾਈਮ ਲੈਂਦੀ ਹੈ? डिपेंड करता है कि ट्रीटमेंट ਅਸੀਂ ਚੂਜ਼ ਕਰ ਰਹੇ ਹਾਂ। ਜਿਵੇਂ ਹੁਣ ਮਾਈਕਰੋ ਨੀਡਲਿੰਗ ਕਰਦੇ हैं एंटी एजिंग वास्ते, जो हम यहाँ पे फॉलो करते हैं, वी गिव 4 to 5 सेशंस रेगुलर हम लोग देते हैं। उसके बाद डिपेंडिंग अपॉन द लाइक 1 in 3 months ਜਦੋਂ ਆਪਾਂ ਨੇ ਸੋਚਿਆ ਵੀ ਕੋਲੇਜਨ ਅਸੀਂ ਕਿੰਨੇ ਆਵਰਸ ਲੈਂਦੀ ਹੈ ਜਦੋਂ ਤੁਹਾਡੇ ਕੋਲ ਆਉਂਦਾ ਪੇਸ਼ੈਂਟ? ਮਾਈਕਰੋ ਨੀਡਲਿੰਗ ਸਾਡੇ ਕੋਲ ਹੋਏਗਾ ਜਿਵੇਂ 1 hour ਦਾ ਟਾਈਮ ਲੱਗਦਾ, ਹਾਫ ਐਨ ਆਰ ਅਸੀਂ ਨੰਬਿੰਗ ਕਰਦੇ ਹਾਂ, ਫਿਰ ਹਾਫ ਐਨ ਆਰ ਦਾ ਪ੍ਰੋਸੀਜਰ ਹੁੰਦਾ। ਇਸੇ ਤਰੀਕੇ ਅਸੀਂ ਫੇਸ ਦੀ PRP ਕਰਦੇ ਹਾਂ, ਜਿਹਦੇ 'ਚ ਕਿ 1 1.5 hour ਲੱਗ ਜਾਂਦਾ। ਬਟ ਇਹ ਸਾਰੇ ਟਰੀਟਮੈਂਟ ਡਿਪੈਂਡਿੰਗ ਅਪੋਨ ਕਿ ਕਿਹਨੂੰ
ਕਿਸ ਤਰ੍ਹਾਂ ਆਪਾਂ ਚੂਜ਼ ਕਰਨਾ। ਸਕਿਨ ਟ੍ਰੀਟਮੈਂਟ ਤਾਂ ਈਜ਼ੀਲੀ ਹੋ ਜਾਂਦਾ, ਇੰਨਾ ਵੀ ਨਹੀਂ ਈਜ਼ੀ ਹੁੰਦਾ, ਮਤਲਬ ਉਹ ਸਕਸੈਸਫੁਲ ਹੋ ਜਾਂਦਾ ਹੈ। ਜਿਹੜੀ ਲਿਪ ਸਰਜਰੀ ਹੈ, ਲਿਪ ਸਰਜਰੀ 'ਚ ਕੁਝ ਡਾਕਟਰਸ ਕਰਦੇ ਨੇ, ਕਈ ਵਾਰ ਸਕਸੈਸਫੁਲ ਨਹੀਂ ਹੁੰਦੀ ਹੈ, ਲਿਪ ਦੀ ਸ਼ੇਪ ਸਹੀ ਨਹੀਂ ਹੈ, ਅਲਾਈਨਮੈਂਟ ਸਹੀ ਨਹੀਂ ਹੈ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਐਜ਼ ਅ ਡਾਕਟਰ? ਇਹ ਸਾਰਾ ਲਿਪ ਫਿਲਰ ਬਟੌਕਸ ਇੰਟਾਇਰਲੀ ਡਿਫਰੈਂਟ ਫੀਲਡ ਹੈਗੀ ਹੈ। ਉਹ ਜਦੋਂ ਆਪਾਂ ਸਪੋਜ਼ ਕਰੋ ਹੁਣ ਐਂਟੀ ਏਜਿੰਗ ਦੇ ਸਾਰੇ ਟ੍ਰੀਟਮੈਂਟਸ ਫਿਰ ਹਾਂ ਦੋਜ਼ ਆਰ ਇੰਜੈਕਟੇਬਲ। ਸਕਿਨ ਨੂੰ ਕਿੰਨੇ ml ਦੀ ਜ਼ਰੂਰਤ ਹੈ, ਕਿੰਨਾ ਵੋਲਿਊਮ ਚਾਹੀਦਾ ਹੈ, ਉਹਦੇ ਉੱਤੇ ਡਿਪੈਂਡ ਕਰਦਾ ਟੈਕਨੀਕਲੀ। ਇਫ ਦ ਹੈਂਡਸ ਆਰ ਨਾਟ ਰਾਈਟ, ਅਗਰ ਤੁਸੀਂ ਠੀਕ ਜਗ੍ਹਾ 'ਤੇ ਨਹੀਂ ਹੋ ਤਾਂ ਕੰਪਲੀਕੇਟ ਕਰ ਵੀ ਜਾਂਦਾ ਹੈ। ਕਈ ਵਾਰ ਓਵਰ ਡਨ ਵੀ ਹੁੰਦਾ, ਵਿਚ ਇਜ਼ ਦ ਕਾਮਨ ਇਸ਼ੂ ਕਿ ਓਵਰਲੀ ਡਨ ਨਹੀਂ ਹੋਣਾ ਚਾਹੀਦਾ। ਇਟ ਸ਼ੁੱਡ ਬੀ ਇਨ ਦ ਰਾਈਟ ਹੈਂਡਸ। ਹੁਣ ਤੁਹਾਡੇ ਫਿਊਚਰ ਪਲਾਨਸ ਕੀ ਨੇ, ਐਕਸਪੈਕਟੇਸ਼ਨਸ ਕੀ ਨੇ ਕਲੀਨਿਕ ਨੂੰ ਲੈ ਕੇ, ਆਪਣੇ ਵਰਕ ਨੂੰ ਲੈ ਕੇ, ਤੇ ਖੁਦ ਤੋਂ ਕੀ ਐਕਸਪੈਕਟੇशंस करते हो? सी एक्सपेक्टेशंस खुद से तो है कि अभी तो मेरे को लगता है जब से इस फील्ड में आई हूँ मैं दिन रात काम ही कर रही हूँ। हाँ, मेरे आवर्स लिमिटेड ने कि हमारा जो 10 से 6 का मेरा वर्किंग आवर्स ने, बट आई एम डूइंग इट डेली। इतने सालों से हम लोग कर ही रहे हैं। एक्सपेक्टेशन ऐसे कि जितने भी एडवांस्ड हैं हम अपने लोगों को जितने मेरे क्लाइंट्स हैं या जो नए भी जुड़ते हैं, जो उनको कंसेप्ट समझा के जो भी एडवांस टेक्नोलॉजी है उसको हम ऐड करें। अब जैसे हम स्किन बूस्टर्स का बहुत अच्छा रोल आ रहा है, जहाँ पे हम अब मैं जो इसमें पर्सनली चाहूँगी कि लोग इस चीज़ को समझें कि हमने इंडियन ग्लास स्किन बनानी है, तो उसके लिए स्किन बूस्टर्स का बड़ा अच्छा रोल आ जाता है। तो दैट वी आर गोइंग टूवर्ड्स दैट नाउ। ਚਲੋ ਵਿਸ਼ ਯੂ ਆਲ ਦ ਬੈਸਟ ਡਾਕਟਰ ਨਿਧੀ। ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗਿਆ, ਬਹੁਤ ਹੀ ਵਧੀਆ ਸੀ ਟੌਪਿਕ 'ਤੇ ਗੱਲਬਾਤ ਕੀਤੀ। ਤੁਸੀਂ ਆਪਣੇ ਵਿਚਾਰ ਵੀ ਬੜੇ ਵਧੀਆ ਤਰੀਕੇ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮਚ ਐਂਡ ਸਪੈਸ਼ਲੀ ਥੈਂਕਸ ਟੂ ਯੂ ਕਿ ਤੁਸੀਂ ਹੈਵਿੰਗ ਮੀ ਹੀਅਰ। ਤਾਂ ਤੁਸੀਂ ਦੇਖਿਆ ਸੀਗਾ ਡਾਕਟਰ ਨਿਧੀ ਕੰਬੋਜ, ਜਿਨ੍ਹਾਂ ਨੇ ਖਾਸ ਮੌਕੇ 'ਤੇ ਗੱਲਬਾਤ ਕੀਤੀ ਨਿਊ ਬਲੌਸਮ ਲੇਜ਼ਰ ਕਲੀਨਿਕ ਬਾਰੇ ਵੀ, ਸਾਡੇ ਨਾਲ ਕਾਸਮੈਟਿਕ ਕਲੀਨਿਕ ਬਾਰੇ ਗੱਲਬਾਤ ਕੀਤੀ ਕਿ ਜਿਹੜੀਆਂ ਐਡਵਾਂਸ ਟੈਕਨੋਲੋਜੀਜ਼ ਆ ਰਹੀਆਂ ਨੇ ਫੇਸ ਨੂੰ ਲੈ ਕੇ ਬਹੁਤ ਵਧੀਆ ਨੇ। ਬੂਸਟਰਸ ਵੀ ਆ ਰਹੇ ਨੇ, ਕਈ ਤਰ੍ਹਾਂ ਦੇ ਹਾਈਡਰਾ ਫੇਸ਼ੀਅਲ, ਹੋਰ ਵੀ ਫੇਸ਼ੀਅਲ ਆ ਰਹੇ ਨੇ, ਇੰਡੀਅਨ ਗਲਾਸ ਫੇਸ਼ੀਅਲ ਵੀ ਆ ਰਿਹਾ। ਅਤੇ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਸਕਿਨ ਦੀ ਟਰੀਟਮੈਂਟ ਤਾਂ ਜ਼ਰੂਰੀ ਹੈਗਾ ਹੀ ਹੈ, ਪਲੱਸ ਥੋੜ੍ਹੀ ਡਾਇਟ ਵੀ ਬਹੁਤ ਮੈਟਰ ਕਰਦੀ, ਕਿਉਂਕਿ ਜੇਕਰ ਤੁਸੀਂ ਸਕਿਨ ਟਰੀਟਮੈਂਟ ਤੋਂ ਬਾਅਦ ਜਾ ਕੇ ਖਾਣਾ ਜੰਕ ਫੂਡ ਹੈ ਤਾਂ ਉਹ ਬਹੁਤ ਹਾਰਮਫੁਲ ਹੈ। ਅਤੇ ਜਿੱਥੇ ਬਿਊਟੀ ਪ੍ਰੋਡਕਟਸ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਪ੍ਰੋਡਕਟਸ ਆਪਣੀ ਸਕਿਨ ਦੇ ਅਕੋਰਡਿੰਗ ਹੀ ਯੂਜ਼ ਕਰੋ। ਇਹ ਨਾ ਹੋਵੇ ਤੁਸੀਂ ਇੱਦਾਂ ਦੇ ਪ੍ਰੋਡਕਟ ਯੂਜ਼ ਕਰੋ ਬਾਅਦ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਟਰੀਟਮੈਂਟ ਆ ਉਹ ਲੰਬਾ ਚੱਲੇ। ਪਰ ਇਹ ਟਰੀਟਮੈਂਟ ਬਿਲਕੁਲ ਹੀ ਸੇਫ ਹੈ, ਲੇਜ਼ਰ ਕਾਸਮੈਟਿਕ ਟਰੀਟਮੈਂਟ। ਤੁਸੀਂ ਇੱਕ ਵਾਰੀ ਸੈਕਟਰ 35 ਆ ਉੱਥੇ ਵਿਜ਼ਿਟ ਕਰੋ ਅਤੇ ਇਹਨਾਂ ਦੇ ਜਿਹੜੇ ਐਕਸਪੀਰੀਅੰਸ ਨੇ ਉਹ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਐਕਸਪਲੋਰ ਕਰੋ। ਤਾਜ਼ਾ ਅਪਡੇਟਸ ਲਈ ਬਣੇ ਰਹੋ ਆਜ਼ਾਦ TV ਨਿਊਜ਼ ਨਾਲ।